टाइम हो गया ਤੁਹਾਨੂੰ सैलरी नहीं मिली? 4 ਮਹੀਨੇ ਹੋਈ ਇਹਦੇ 5ਵਾਂ ਮਹੀਨਾ ਚੜ੍ਹੇ ਦਾ ਏ। अच्छा ਹਾਂਜੀ आंटी जी ਮੈਨੂੰ ਦੱਸੋ ਫਿਰ ਕਿੰਨਾ ਗੁਜ਼ਾਰਾ ਹੁੰਦਾ ਹੈ? ਗੁਜ਼ਾਰਾ ਤਾਂ ਸਾਡਾ ਬੜੇ ਮੁਸ਼ਕਲ ਗਾ ਹੁੰਦਾ। ਗੁਜ਼ਾਰਾ ਕਰਨੇ ਵਾਸਤੇ ਅਸੇਂਗੀ ਧੱਕੇ ਕੇ ਖਾਣੇ ਪੈਂਦੇ। ਜਿੰਨੇ ਵਾਰੀ ਵੀ ਦੇਖਿਆ ਮੇਰੀ 33 ਸਾਲ ਨੌਕਰੀ ਹੋਈ ਹੈ। 33 ਸਾਲ ਵਿੱਚ ਕੋਈ ਸਾਲ ਖੰਡ ਮਿਲੀ ਹੈ ਤਨਖਾਹ ਠੀਕ। ਪਹਿਲਾਂ ਕਰੋਨਾ ਵਿੱਚ 2 ਸਾਲ ਕੰਮ ਕੀਤਾ ਹੈ। ਦਿਨ ਰਾਤ ਉੱਥੇ ਪਾਣੀ ਨਹੀਂ ਆਹੀ ਮਿਲਦਾ। ਤੜਫੀ ਵੀ ਅਸ ਮਰਦੇ ਸਾਨੂੰ ਕੋਈ ਪਾਣੀ ਨਹੀਂ ਦਿੰਦੇ। ਸਾਲ ਪੁਰਾਣੀਆਂ ਹੀ ਜਿੰਦੇ ਚੋਂ ਕੋਈ ਕਿੰਨੀਆਂ ਕੁੜੀਆਂ ਮਰੀ ਦੀਆਂ ਹੈ, ਕਿੰਨੀਆਂ ਕੁੜੀਆਂ ਰਿਟਾਇਰ ਹੋਈ ਦੀਆਂ ਹਨ, ਲੇਕਿਨ ਉਹ ਲਿਸਟ ਚਲਾ ਦੀ ਹੈ ਅੱਜ ਤੱਕ। ਉਹਦੇ ਪਰ ਕੋਈ ਕੰਮ ਨਹੀਂ ਕੀਤਾ ਗਿਆ। FMPHW ਦੇ ਜਿੰਨੇ ਵੀ ਵਰਕਰ ਨੇ ਉਹ ਲਗਾਤਾਰ ਧਰਨਾ ਦੇ ਕਰਦੇ ਨੇ। ਧਰਨੇ ਦੀ ਵਜ੍ਹਾ ਕੀ ਹੈ? ਕਦੇ DPC ਵਾਸਤੇ ਧਰਨਾ ਦੇ ਕਰਦੇ ਨੇ, ਕਦੇ ਆਪਣੀ ਸੈਲਰੀ ਵਾਸਤੇ ਡਿਮਾਂਡਾਂ ਕਰਦੇ ਪਏ ਨੇ। ਪਰ ਬਦਕਿਸਮਤੀ ਇਹ ਕਿ ਹੱਲੇ ਤੱਕ ਇਹਦੀ ਡਿਮਾਂਡਾਂ ਜਿਹੜੀਆਂ ਹੈ ਉਹ ਨਹੀਂ ਸੁਣੀ ਗਈਆਂ ਸਰਕਾਰ ਤੋਂ। ਤੇ ਅੱਜ ਫਿਰ ਇਹਦੇ ਨਾਲ ਇੱਕ ਵਾਰ ਗੱਲ ਕਰਾਂਗੇ ਅਸੀਂ। ਕੀ ਨਾਂ ਹੈ ਤੁਹਾਡਾ ਆਂਟੀ ਜੀ? ਸਪਨਾ, ਜਨਰਲ ਸੈਕਟਰੀ FMPHW। ਅੱਛਾ ਸਪਨਾ ਜੀ, ਮੈਨੂੰ ਦੱਸੋ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਲੜਾਈ ਲੜਦੇ ਆਪਣੀ ਸੈਲਰੀ ਵਾਸਤੇ? ਮੈਨੂੰ ਤੇ 10 ਸਾਲ ਹੋਈ ਇਹਦੇ ਨਾ ਇਸ ਡਿਪਾਰਟਮੈਂਟ ਵਿੱਚ ਜੁਆਇਨ ਕੀਤੇ ਦੇ। ਤੇ ਮਗਰ ਸਾਡੀ ਬਦਨਸੀਬੀ ਇਹੋ ਹੈ ਕਿ ਇਹੋ ਕਿ ਦੇਖਿਆ ਸੈਲਰੀ ਕਦੇ ਟਾਈਮ ਪਰ ਨਹੀਂ ਮਿਲੀ। ਮੈਂ ਜਿਹੜੀ ਫਸਟ ਸੈਲਰੀ ਮਿਲੀ ਹੀ ਮੈਂ ਤੇ ਉਹ 1.5 ਸਾਲ ਦੇ ਬਾਅਦ ਮਿਲੀ ਹੀ। ਤੁਸੀਂ ਵਿਸ਼ਵਾਸ ਕਰਨਾ ਕਿ ਤੁਹਾਡੀ ਨੌਕਰੀ ਲੱਗੀ ਸੀ ਉਹਦੀ ਜਿਹੜੇ ਨੌਕਰੀ ਲੱਗੀ ਸੀ ਤੇ 1.5 ਸਾਲ ਦੇ ਬਾਅਦ ਫਸਟ ਸੈਲਰੀ ਮਿਲੀ ਸੀ। ਤੇ ਅੱਜ ਤੱਕ 10 ਸਾਲ ਹੋਈ ਇਹਦੇ ਈਓ ਕੇ ਰੋਣਾ ਪਿੱਟਣਾ ਹੈ ਕਿ ਸੈਲਰੀ ਵਾਸਤੇ ਅਸ ਭੀਖ ਮੰਗਦੇ ਹਾਂ ਗਵਰਨਮੈਂਟ ਕੋਲੋਂ। ਬਾਕੀ ਤੇ ਜਿਹੜੇ ਸਾਡੇ ਰਾਈਟ ਹੈ ਨਾ DPC ਟਾਈਮ ਟੂ ਟਾਈਮ ਹਰ ਡਿਪਾਰਟਮੈਂਟ 'ਚ, ਲੇਕਿਨ ਸਾਡੇ ਡਿਪਾਰਟਮੈਂਟ 'ਚ ਤੇ 10 ਸਾਲ ਹੋਈ ਇਹਦਾ ਸਾਡੀ ਕੈਟਾਗਰੀ ਦੀ ਕੋਈ DPC ਨਹੀਂ ਹੈ, ਕੋਈ ਪ੍ਰਮੋਸ਼ਨ ਨਹੀਂ ਹੈ। ਸਾਡੀ FMPHW ਜਿੱਥੇ ਕਿ ਜੁਆਇਨ ਕਰਦੀ ਹੈ ਨਾ ਜਿਸ ਪੋਸਟ ਉੱਪਰ, ਉੱਥੋਂ ਕੇ ਵਿਚਾਰੀ ਰਿਟਾਇਰ ਹੋਈ ਹੈ। ਇੱਕ ਦੁੱਖ ਲਈਏ ਘਰ ਜਾਂਦੀ ਕਿ ਮੈਂ ਉਸੇ ਪੋਸਟ ਪਰ ਕੇ ਰਿਟਾਇਰ ਹੋਈ ਹਾਂ। ਜਿਸਲੇ ਤੁਹਾਨੂੰ ਨੌਕਰੀ ਮਿਲੀ ਸੀ ਉਸਲੇ ਪਤਾ ਸੀ ਤੁਹਾਨੂੰ ਕਿ ਇਹੋ ਜਿਹਾ ਤਰੀਕਾ ਹੋਣਾ? ਬਿਲਕੁਲ ਵੀ ਨਹੀਂ। ਅਗਰ ਇਹ ਪਤਾ ਹੁੰਦਾ ਤੇ ਇਸ ਡਿਪਾਰਟਮੈਂਟ 'ਚ ਪੈਰ ਵੀ ਨਹੀਂ ਰੱਖਣਾ ਸੀ। ਔਰ ਬਾਕੀਆਂ ਵੀ ਇਹ ਰਿਕੁਐਸਟ ਕਰਦੇ ਹਾਂ ਕਿ ਇਸ ਡਿਪਾਰਟਮੈਂਟ 'ਚ ਕੋਈ ਵੀ ਨਾ ਜੁਆਇਨ ਕਰੇ, ਕਿਉਂਕਿ ਬੜਾ ਕਿ ਭੈੜਾ ਹਾਲ ਹੈ। ਜਿੱਥੇ ਡਿਪਾਰਟਮੈਂਟ 'ਚ ਸੈਲਰੀ ਨਹੀਂ ਹੈ, 6-6 ਮਹੀਨੇ ਬਾਅਦ ਫਿਰ ਸਾਨੂੰ ਪ੍ਰੋਟੈਸਟ ਕਰਨੇ ਪੈਂਦੇ ਨੇ। ਉਹਦੇ ਬਾਅਦ ਜਾਈਏ ਫਿਰ 2 ਮਹੀਨੇ ਦੀ ਸੈਲਰੀ ਮਿਲਦੀ ਹੈ, ਫਿਰ ਦੁਬਾਰਾ ਇਹੋ ਹਾਲ ਹੈ। ਤੁਸੀਂ DPC ਵਾਸਤੇ ਵੀ ਧਰਨਾ ਦਿੱਤਾ ਸੀ? ਹਾਂਜੀ DPC ਵਾਸਤੇ ਵੀ ਦਿੱਤਾ ਸੀ। DPC ਕੁਛ ਵੀ ਨਹੀਂ। DPC ਤੇ ਬੜੀ ਦੂਰ ਦੀ ਗੱਲ ਹੈ। ਜਿੱਥੇ ਗਵਰਨਮੈਂਟ ਮੁਲਾਜ਼ਮ ਕੋਲ ਸੈਲਰੀ ਨਹੀਂ ਹੈ ਤੇ DPC ਤੇ ਬੜੀ ਦੂਰ ਦੀ ਗੱਲ ਹੈ। ਉਹਦੇ ਵਾਸਤੇ ਤੇ ਕੋਈ ਇਨੀਸ਼ੀਏਟਿਵ ਹੀ ਨਹੀਂ ਹੈ ਸਾਡੀ ਡਿਪਾਰਟਮੈਂਟ ਦਾ, ਸਾਡੇ ਵੱਡੇ ਆਫੀਸਰਸ ਦਾ ਕੋਈ ਇਨੀਸ਼ੀਏਟਿਵ ਹੀ ਨਹੀਂ ਲੈਂਦਾ। ਜਿਹੜੇ ਤੁਹਾਡੇ ਵੱਡੇ ਅਫਸਰ ਨੇ ਉਹਦੇ ਕੋਲ ਆਪਣੀ ਡਿਮਾਂਡਾਂ ਲੈ ਕੇ ਗਏ ਤੁਸੀਂ? ਹਾਂਜੀ ਬਿਲਕੁਲ, ਟਾਈਮ ਟੂ ਟਾਈਮ ਅਸ ਉਹਦੇ ਕੋਲ ਜਾਂਦੇ ਹਾਂ, ਲੇਕਿਨ ਸਾਡੇ ਵਾਸਤੇ ਕੋਈ ਕੰਮ ਕਰੀਏ ਰਾਜ਼ੀ ਨਹੀਂ ਹੈ। ਜਿਵੇਂ ਕਿ ਪੁਰਾਣੀ ਉਹਦੇ ਕੋਲ ਲਿਸਟਾਂ ਬਣੀ ਦੀਆਂ ਕਿ ਆਪਣੇ ਡਿਪਾਰਟਮੈਂਟ ਦੇ ਬੰਦੇ ਤੁਹਾਡੇ ਨਾਲ ਨਹੀਂ ਕੰਮ ਕਰਨ ਨੂੰ ਰਾਜ਼ੀ? ਹਾਂਜੀ ਅਸੀਂ ਇੱਕ ਵਾਰ ਗਏ ਹੈ ਆਫਿਸ ਤੇ ਪੁਰਾਣੀ ਜਿਹੜੀ ਲਿਸਟਾਂ ਬਣੀ ਦੀਆਂ ਹਨ ਉਹ ਕਿੰਨੇ ਸਾਲ ਪੁਰਾਣੀਆਂ ਹੀ, ਜਿੰਦੇ ਚੋਂ ਕੋਈ ਕਿੰਨੀਆਂ ਕੁੜੀਆਂ ਮਰੀ ਦੀਆਂ ਹੈ, ਕਿੰਨੀਆਂ ਕੁੜੀਆਂ ਰਿਟਾਇਰ ਹੋਈ ਦੀਆਂ ਹਨ, ਲੇਕਿਨ ਉਹ ਲਿਸਟ ਚਲਾ ਦੀ ਹੈ ਅੱਜ ਤੱਕ। ਉਹਦੇ ਪਰ ਕੋਈ ਕੰਮ ਨਹੀਂ ਕੀਤਾ ਗਿਆ। ਤੇ ਉਹ ਵੀ ਇਹੋ ਡਿਮਾਂਡ ਕਰਦੇ ਕਰਦੇ ਉਹਦਾ ਦੇਹਾਂਤ ਹੋ ਗਿਆ? ਹਾਂਜੀ ਬਿਲਕੁਲ। ਔਰ ਉਹ ਸਾਨੂੰ ਆਖ ਕੇ ਗਏ ਕਿ ਕਮ ਸੇ ਕਮ ਸਾਨੂੰ ਕੁਝ ਨਹੀਂ ਮਿਲਿਆ, ਅਸੀਂ ਤੇ ਇੱਕ ਦੁੱਖ ਲਈਏ ਜਾ ਰਹੇ ਹਾਂ, ਕਮ ਸੇ ਕਮ ਤੁਸੀਂ ਤੇ ਕੁਝ ਮਿਲਣਾ ਚਾਹੀਦਾ। ਕਿੰਨੀ ਸੈਲਰੀ ਤੁਹਾਨੂੰ ਮਿਲਦੀ ਹੈ? ਸੈਲਰੀ ਤੇ ਮਿਲਦੀ ਹੈ 20-25 ਜਿੰਨਾ ਵੀ ਗ੍ਰੇਡ ਦਾ। ਹਾਂਜੀ ਸੈਲਰੀ ਜਿਹੜੀ ਹੈ ਉਹ ਆਏਗੀ ਅਸੀਂ ਕੰਮ ਕਰਾ ਦੀਆਂ ਮਲਟੀਪਰਪਜ਼ ਹੈਲਥ ਵਰਕਰ ਵਾਲਾ, ਲੇਕਿਨ ਜਿਹੜਾ ਗ੍ਰੇਡ ਹੈ ਉਹ ਆਏਗੀ ਉਹ ਵੀ ਨਹੀਂ ਮਿਲੇਦਾ ਆ। ਅੱਛਾ ਕਿਹੜੇ ਗ੍ਰੇਡ ਤੇ ਕੰਮ ਕਰੇਗਾ? ਸਾਡਾ ਜਿਹੜਾ ਗ੍ਰੇਡ ਹੈ ਉਹ ਸਾਨੂੰ ਕਲਾਸ 4 ਵਾਲਾ ਮਿਲੇਦਾ। ਕੰਮ ਅਸੀਂ ਮਲਟੀਪਰਪਜ਼ ਵਾਲਾ ਕਰ ਰਹੀਆਂ ਆ, ਲੇਕਿਨ ਜਿਹੜਾ ਗ੍ਰੇਡ ਹੈ ਉਹ ਸਾਨੂੰ NO ਦਾ ਗ੍ਰੇਡ ਜਿਹੜਾ ਉਹ ਦਿੱਤਾ ਗਿਆ ਆ। ਲੇਕਿਨ ਗਵਰਨਮੈਂਟ ਸਾਡੇ ਕੋਲੋਂ ਕੰਮ ਜਿਹੜਾ ਉਹ ਮਲਟੀਪਰਪਜ਼ ਦਾ ਲਿਆਦੀ ਹੈ। ਅੱਛਾ ਗ੍ਰੇਡ ਤੁਹਾਨੂੰ ਜਿਹੜਾ ਤੁਹਾਨੂੰ ਮਿਲਣਾ ਚਾਹੀਦਾ ਉਹ ਵੀ ਤੁਹਾਨੂੰ ਨਹੀਂ ਮਿਲੇ ਕਰਦਾ। ਤੁਸੀਂ ਸਰਵਿਸਿਜ਼ ਵੀ ਦਿੰਦੇ ਪਏ ਹੋ, ਸੈਲਰੀ ਵੀ ਤੁਹਾਨੂੰ। ਮੈਨੂੰ ਦੱਸੋ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਸੈਲਰੀ ਨਹੀਂ ਮਿਲੀ? 4 ਮਹੀਨੇ ਹੋਈ ਇਹਦੇ 5ਵਾਂ ਮਹੀਨਾ ਚੜ੍ਹੇ ਦਾ ਏ। ਅੱਛਾ ਹਾਂਜੀ ਆਂਟੀ ਜੀ ਮੈਨੂੰ ਦੱਸੋ ਫਿਰ ਕਿੰਨਾ ਗੁਜ਼ਾਰਾ ਹੁੰਦਾ ਹੈ? ਗੁਜ਼ਾਰਾ ਤਾਂ ਸਾਡਾ ਬੜੇ ਮੁਸ਼ਕਲ ਗਾ ਹੁੰਦਾ। ਗੁਜ਼ਾਰਾ ਕਰਨੇ ਵਾਸਤੇ ਅਸੇਂਗੀ ਧੱਕੇ ਕੇ ਖਾਣੇ ਪੈਂਦੇ। ਜਿੰਨੇ ਵਾਰੀ ਵੀ ਦੇਖਿਆ ਮੇਰੀ 33 ਸਾਲ ਨੌਕਰੀ ਹੋਈ ਹੈ। 33 ਸਾਲ ਵਿੱਚ ਕੋਈ ਸਾਲ ਖੰਡ ਮਿਲੀ ਹੈ ਤਨਖਾਹ ਠੀਕ। ਪਹਿਲਾਂ ਕਰੋਨਾ ਵਿੱਚ 2 ਸਾਲ ਕੰਮ ਕੀਤਾ ਹੈ। ਦਿਨ ਰਾਤ ਉੱਥੇ ਪਾਣੀ ਨਹੀਂ ਆਹੀ ਮਿਲਦਾ। ਤੜਫੀ ਵੀ ਅਸ ਮਰਦੇ ਸਾਨੂੰ ਕੋਈ ਪਾਣੀ ਨਹੀਂ ਦਿੰਦੇ। ਅੱਜ ਕਰਦੇ ਹੈ ਮਾੜ ਬਲਾਕ ਵਿੱਚ। ਅੱਛਾ ਹਾਂ दिन रात काम करते हैं मगर पानी तक सानू मिलता नहीं। उत्थे कोई उपर पक्खा ना होंदा, बिजली की कोई फैसिलिटी नहीं। इन्ना काम करते हुए भी ते सानू इन्ना डर लगता है। उस वेले बाद विच मिली तां भी बंद रही, बिच तां भी बंद रही। 4-4 महीने बाद जाइए कुदै 1 महीने की मिली जानी, 3 महीने फिर पेंडिंग रही जानी। वजह की है? तुसीं हर महीने काम भी करते हो कि सैलरी क्यों रोकदी?
ਵਜ੍ਹਾ ਦਾ ਹੁਣ ਸਾਨੂੰ ਨਹੀਂ ਪਤਾ। ਇਹ ਸਾਡੇ ਹੁਣ ਵੱਡੇ ਜਿਹੜੇ ਅਫਸਰ ਨੇ ਉਹਨੇ ਲੋਕਾਂ ਕੀ ਪਤਾ, ਜਾਂ ਕਿ ਜੇ ਉਹਦੇ ਕੋਲ ਜੰਨੇ ਆ ਤਾਂ ਸੁਣੀਆਂ ਰਾਜੀ ਉਹ ਵੀ ਨਹੀਂ ਹੁੰਦੀ ਸਾਡੀ ਗੱਲ। ਡਾਇਰੈਕਟਰ ਆਫ ਜਿਹੜੇ ਹੈਲਥ ਨੇ ਉਹਦੇ ਨਾਲ ਤੁਸੀਂ ਆਪਣੇ ਮੁੱਦੇ ਤੇ ਗੱਲ ਕੀਤੀ? ਉਹਦੇ ਕੋਲ ਵੀ ਜੰਨੇ ਆ ਤਾਂ ਵੀ ਕੋਈ ਗੱਲ ਨਹੀਂ ਹੈ। ਆ ਕੇ ਨਾ ਸਾਡੀ ਮਿਲਦੀ ਹੈ ਤੇ ਗੱਲ ਕੋਈ ਨਹੀਂ ਹੁੰਦੀ। ਡੀਪੀਸੀ ਤੋਂ ਗੱਲ ਕੇ ਛੱਡੋ, ਆਖਨੇ ਤਨਖਾਹ ਗਏ ਸਾਡੀ ਆ ਕੇ ਨਾ ਮਲਾਈ ਹੋਣੀ ਹੈ ਕਿ ਤੁਹਾਡਾ ਕੰਮ ਹੋਈ ਜਾਗ ਹੁੰਦਾ ਨਹੀਂ ਕੋਈ ਵੀ। ਅੱਜ ਤੱਕ ਕੋਈ ਨਹੀਂ ਹੋਇਆ। ਮੈਂ 33 ਸਾਲ ਹੋਈ ਆ ਦੇਖਦੇ ਕੋਈ ਕੰਮ ਨਹੀਂ ਹੋਇਆ ਸਾਡਾ। ਤਨਖਾਹ ਨਹੀਂ ਸਾਨੂੰ ਪਰਮਾਨੈਂਟ ਮਿਲੀ, ਬਾਕੀ ਸਾਡਾ ਹੋਰ ਕੀ ਕੰਮ ਹੋ ਸਕਦਾ? ਤੁਸੀਂ ਆਪੇ ਵੀ ਦੇਖ ਲਓ ਅੱਗੇ ਸਾਡੇ ਬੱਚੇ ਵੀ ਤੜਫਦੇ ਗਏ ਰਹੀ ਆ, ਹੁਣ ਇਹ ਪੜ੍ਹਾਈ ਨਹੀਂ ਸਕੇ ਇਸ ਤਨਖਾਹੀ ਦੇ ਕਾਰਨ ਕਿ ਟਾਈਮ ਸਿਰ ਤਨਖਾਹ ਨਹੀਂ ਮਿਲੀ, ਉਹਦੀਆਂ ਫੀਸਾਂ ਨਹੀਂ ਪੂਰੀਆਂ ਕਰ ਸਕੇ। ਬੱਚੇ ਸਾਡੇ ਫਿਰ ਬੇਕਾਰ ਹੋਈਏ ਘਰੇ ਅਸ ਆਪੇ ਬੇਕਾਰ ਹੋਈਏ ਦੇ ਜੋ ਨਹੀਂ ਕਿਰਾਇਆ ਵੀ ਨਹੀਂ ਇਸ ਵੇਲੇ। ਇੱਕ ਮਹੀਨੇ ਦੀ ਤਨਖਾਹ ਇਹਨੇ ਕੱਢੀ ਸਿਰਫ ਆਪਣਾ ਟੈਕਸ ਕੱਟਣੇ ਵਾਸਤੇ, ਬਾਕੀ 4 ਮਹੀਨੇ ਸਾਡੀ ਤਨਖਾਹ ਪੈਂਡਿੰਗ ਰੱਖੀ ਦੀ ਹੈ ਇਹਨੇ। ਇਹ ਸਰਕਾਰੀ ਡਿਪਾਰਟਮੈਂਟ ਜਿਹੋ ਕੰਮ ਹਾਂ ਸਰਕਾਰੀ ਵਿੱਚ ਇਹੋ ਕੰਮ ਹੁੰਦੇ ਨੇ। ਜਦੋਂ ਦੇ ਆਏ ਅਸੀਂ ਇਹ ਕਿਹੜਾ ਕੰਮ ਦੇਖਿਆ, ਹੁਣ ਤੇ ਹਰ ਰਿਟਾਇਰ ਹੋਣੇ ਪਰ ਵੀ ਜਾਦੇ ਆ। ਤੇ ਉਸ ਵੇਲੇ ਤੁਸੀਂ ਕੰਪਲੇਂਟ ਨਹੀਂ ਕੀਤੀ? ਉਸ ਵੇਲੇ ਨਹੀਂ ਗੱਲ ਕੀਤੀ ਜਦੋਂ ਨਵੇਂ ਤੁਸੀਂ ਜੁਆਇਨ ਕੀਤਾ ਸੀ? ਉਸ ਵੇਲੇ ਵੀ ਐਸੇ ਬੜਾ ਕੀਤਾ ਹਾ, ਬੜਾ ਜ਼ੋਰ ਲਾਇਆ ਹਾ। ਹੁਣ ਵੀ ਉਸ ਵੇਲੇ ਦਿਮਾਗ 'ਚ ਇਹੀ ਕਿ ਚਲੋ ਸਰਕਾਰੀ ਮੁਲਾਜ਼ਮ ਹਾਂ, ਕਿੱਥੇ ਹੀ ਜਾਏਗੀ ਤਨਖਾਹ ਸਾਡੀ, ਆ ਹੀ ਜਾਏਗੀ ਵਾਪਸ। ਉਹਲੇ ਤੇ ਅਸੀਂ ਨਵੇਂ ਸੋਚਿਆ ਸ਼ਾਇਦ ਇਸ ਚੱਲ ਨਹੀਂ ਹੁੰਦਾ ਹੋਊ ਤੇ ਆਪੇ ਬਾਅਦ ਵਿੱਚ ਮਿਲ ਜਾਗ, ਪਰ ਉਹ ਹੁੰਦੇ ਯਕੀਨ ਰੱਖਿਆ। ਹੁਣ ਹੁੰਦੇ ਤੇ ਆਹ ਦੂਰ ਤੱਕ ਪੁੱਜੀਏ ਕਿ ਰਿਟਾਇਰ ਹੋਣੇ ਪਰ ਵੀ ਚਲੀਏ। ਅਸ ਆਖਨੇ ਆ ਕਿ ਹੁਣ ਅਸੀਂ ਇੰਨਾ ਜ਼ੋਰ ਲਾ ਦੇ ਕਿ ਅਸ ਤੇ ਚਲੇ ਜਾਗੇ, ਪਰ ਜਿਹੜੀਆਂ ਸਾਡੀਆਂ ਭੈਣਾਂ ਅੱਗੇ ਵਿਚਾਰੀਆਂ ਆਈਏ ਦੀਆਂ ਨੇ ਜਾਂ ਆਵੇ ਦੀਆਂ ਨੇ ਉਹਦੇ ਵਾਸਤੇ ਕੋਈ ਥੋੜਾ ਬਹੁਤਾ ਕਿਸ ਬਣਗ ਨਹੀਂ, ਉਹਦੇ ਵਾਸਤੇ ਤੇ ਪਰਮਾਨੈਂਟ ਸੋਲੂਸ਼ਨ ਹੋਈ ਜਾ। ਕਿੰਨੇ ਲਗਭਗ ਕਿੰਨੇ ਤੁਸੀਂ ਮੁਲਾਜ਼ਮ ਜਿਨ੍ਹਾਂ ਨੂੰ ਹਲੇ ਤੱਕ ਸੈਲਰੀ ਨਹੀਂ ਮਿਲੀ? ਇਸ ਵੇਲੇ ਮੁਲਾਜ਼ਮ 1100 ਦੇ ਕਰੀਬ ਜਿਹੜੇ ਅਸੀਂ ਜੰਮੂ ਪ੍ਰਾਵਿੰਸ ਦੇ ਆ, ਜਿਹੜੀਆਂ ਡਾਇਰੈਕਟਰ ਫੈਮਿਲੀ ਵੈਲਫੇਅਰ ਦੇ ਅੰਡਰ ਆਉਂਦੀਆਂ ਨੇ 2211 ਐਡ ਦੇ ਅੰਦਰ ਆਉਂਦੀਆਂ ਨੇ, ਉਹਨਾਂ ਦੀ ਸੈਲਰੀ ਬੰਦ ਹੈ। ਜਿਹੜੀਆਂ ਡਾਇਰੈਕਟਰ ਹੈਲਥ ਸਰਵਿਸ ਦੇ ਅੰਡਰ ਆਉਂਦੀਆਂ ਨੇ ਉਹਨਾਂ ਦੀ ਸੈਲਰੀ ਰੈਗੂਲਰ ਹੈ। ਅੱਛਾ, ਤੇ ਹੁਣ ਤੁਸੀਂ ਡੀਪੀਸੀ ਵਾਸਤੇ ਵੀ ਧਰਨੇ ਦਿੱਤੇ, ਹੁਣ ਤੁਸੀਂ ਸੈਲਰੀ ਵਾਸਤੇ ਵੀ ਡਿਮਾਂਡਾਂ ਕਰਦੇ ਪਿਓ। ਸਰਕਾਰੀ ਮੁਲਾਜ਼ਮ ਹੋਣੇ ਦੇ ਬਾਵਜੂਦ ਵੀ ਤੁਹਾਨੂੰ ਜਿਹੜੀ ਤੁਹਾਡੀ ਮਿਹਨਤ ਦੀ ਕਮਾਈ, ਮੈਂ ਆਖਾਂਗੀ ਮਿਹਨਤ ਦੀ ਕਮਾਈ ਨਹੀਂ ਤੁਹਾਨੂੰ ਮਿਲਦੀ ਪਈ ਹੈ, ਤੇ ਕੀ ਉਮੀਦ ਰੱਖਦੇ ਹੋ ਫਿਰ ਇਸ ਸਰਕਾਰ ਤੋਂ? ਉਮੀਦ ਜਿਹੜੀ ਸਰਕਾਰ ਸੈਲਰੀ ਨਹੀਂ ਦੇ ਸਕਦੀ ਉਹਦੇ ਕੋਲੋਂ ਕੀ ਉਮੀਦ ਰੱਖਣੀ ਕਿ ਡੀਪੀਸੀ ਤੇ ਬੜੀ ਦੂਰ ਦੀ ਗੱਲ ਹੈ। ਕਮ ਸੇ ਕਮ ਮੁਲਾਜ਼ਮ ਹੀ ਆਪਣਾ ਰਾਈਟ ਤੇ ਮਿਲਣਾ ਚਾਹੀਦਾ ਨਾ। ਇੱਕ ਮਜ਼ਦੂਰ ਹੈ, ਲੇਬਰਰ ਹੈ, ਸਵੇਰੇ ਜਾਂਦਾ ਕੰਮ ਉੱਪਰੋਂ, ਸ਼ਾਮੀ ਉਹ ਵੀ 500 ਜਾਂ 600 ਦਿਹਾੜੀ ਆਪਣੀ ਫੜੀਏ ਘਰ ਆਉਂਦਾ ਹੈ, ਉਹ ਵੀ ਆਪਣੇ ਬੱਚਿਆਂ ਦੇ ਅੱਗੇ ਰੱਖਦਾ ਹੈ। ਲੇਕਿਨ ਅਸ ਐਸੇ ਅਭਾਗੇ ਮੁਲਾਜ਼ਮ ਆ ਕਿ ਹੈਲਥ ਵਰਕਰਾਂ ਨੂੰ ਤੇ ਕਰੋਨਾ ਵਾਰੀਅਰ ਦਾ ਟੈਗ ਦਿੱਤਾ ਸੀ, ਕਰੋਨਾ ਵਾਰੀਅਰ ਕਿਹਾ ਸੀ। ਕਰੋਨਾ ਵਾਰੀਅਰ ਨਾਲ ਇਸ ਤਰੀਕੇ ਦਾ ਸਲੂਕ ਇਹ ਕਿਤੇ ਨਾ ਕਿਤੇ ਮਤਲਬ ਬੜਾ ਦੁਰਭਾਗਯ ਦੀ ਗੱਲ ਹੈ। ਹਾਂਜੀ ਬਿਲਕੁਲ। ਕਰੋਨਾ 'ਚ ਜਿਹੜੇ ਅਸੀਂ ਰੋਲ ਪਲੇ ਕੀਤੇ ਦੇ ਉਹ ਸਾਨੂੰ ਨਹੀਂ ਭੁੱਲਦੇ ਕਿ ਸੁਨਸਾਨ ਸੜਕਾਂ ਹੁੰਦੀਆਂ ਸੀ ਜਿਲੇ ਅਸੀਂ ਨਿਕਲੀਏ ਜਾਂਦੇ ਹੈ ਘਰੋਂ ਔਰ ਦਹਿਸ਼ਤ ਵਿੱਚ ਹੁੰਦੇ ਹੈ ਕਿ ਪਤਾ ਨਹੀਂ ਅਸੀਂ ਘਰ ਕੀ ਆ ਵਾਪਸ ਆਣਾ। ਅਸੀਂ ਵੀ ਪੋਜ਼ਿਟਿਵ ਹੋਈ ਆਣਾ, ਸਾਡੇ 'ਚੋਂ ਬੜੀ ਭੈਣਾਂ 3-3 4-4 ਵਾਰੀ ਪੋਜ਼ਿਟਿਵ ਵੀ ਹੋਈਆਂ ਔਰ ਤੁਹਾਡੀ ਫੈਮਿਲੀ ਵੀ ਹੋਣੀ? ਹਾਂਜੀ ਫੈਮਿਲੀ ਵੀ ਸਾਡੀ ਪੂਰੀ ਪੋਜ਼ਿਟਿਵ ਹੋਈ ਔਰ ਬੜੀ ਬੈਡ ਕੰਡੀਸ਼ਨ ਦਿਖੀ ਅਸੀਂ। ਉਸ ਵੇਲੇ ਸਰਕਾਰ ਨੇ ਤੁਹਾਨੂੰ ਕੋਈ ਫਾਇਦਾ ਦਿੱਤਾ? ਕੋਈ ਸਪੋਰਟ ਨਹੀਂ, ਕੋਈ ਗਵਰਨਮੈਂਟ ਦੀ ਤਰਫੋਂ ਸਾਨੂੰ ਕੋਈ ਬੈਨੀਫਿਟ ਨਹੀਂ ਦਿੱਤਾ। ਜਿਹਾਂ ਲੋਕ ਹੀ ਬਾਕੀ ਰੱਖਦੇ ਹੈ ਉਸ ਤਰ੍ਹਾਂ ਕੇ ਸਾਡੇ ਕੰਨੇ ਵੀ ਬਿਹੇਵ ਹੁੰਦਾ ਸੀ, ਸਾਨੂੰ ਕੋਈ ਸਪੈਸ਼ਲ ਫੈਸਿਲਿਟੀ ਨਹੀਂ ਦਿੱਤੀ ਗਈ। ਕੀ ਉਮੀਦ ਕੀਤੀ ਸੀ ਯੂਟੀ ਬਣਨੇ ਦੇ ਬਾਅਦ ਕਿ ਕੁਝ ਬਦਲੂਗਾ? ਅਸੀਂ ਤਾਂ ਇਹ ਉਮੀਦ ਕੀਤੀ ਸੀ ਕਿ ਜਿਹੜੇ ਯੂਟੀ 'ਚ ਰੂਲ ਇੰਪਲੀਮੈਂਟ ਹੋਏ ਦੇ ਨੇ ਸ਼ਾਇਦ ਜਿਹਾਂ ਬਾਕੀ ਰੂਲ ਇੱਥੇ ਇੰਪਲੀਮੈਂਟ ਹੋਆ ਦੇ ਕਿ ਸ਼ਾਇਦ ਸਾਡੇ ਕੋਈ ਬੈਨੀਫਿਟ ਵਾਸਤੇ ਵੀ ਕੁਝ ਰੂਲ ਇੱਥੇ ਇੰਪਲੀਮੈਂਟ ਹੁੰਦੇ, ਲੇਕਿਨ ਐਸਾ ਕੁਝ ਵੀ ਨਹੀਂ ਹੈ। ਸਿਰਫ ਯੂਟੀ ਵਾਲੇ ਜਿਹੜੇ ਨਾ ਉਹ ਰੂਲ ਸਾਡੇ ਉੱਪਰ ਥੋਪੇ ਗਏ ਕਿ ਭਾਈ ਐਸਾ ਕੰਮ ਹੈ ਸਿਰਫ ਮੁਲਾਜ਼ਮ ਹੀ ਤੰਗ ਕਰਨੇ ਵਾਸਤੇ। ਜਿਹੜੇ ਉਹਦੇ ਬੈਨੀਫਿਟ ਦੇ ਕੋਈ ਪੋਜ਼ਿਟਿਵ ਪੁਆਇੰਟ ਹਨ ਉਹ ਇੱਥੇ ਇੰਪਲੀਮੈਂਟ ਨਹੀਂ ਹੋਏ ਦੇ। ਹੁਣ ਸੈਲਰੀ ਵੀ ਨਹੀਂ ਮਿਲਦੀ ਪਈ ਤੁਹਾਨੂੰ, ਹੁਣ ਤੁਸੀਂ ਅੱਗੇ ਕੀ ਮਤਲਬ ਉਮੀਦ ਰੱਖਦੇ ਹੋ? ਅਸ ਆਪਣੇ ਜਿਹੜੇ ਜੀ ਸਾਹਿਬ ਤੱਕ ਤੁਸੀਂ ਆਪਣੀ ਗੱਲ ਪਹੁੰਚਾਉਣ ਦੀ ਕੋਸ਼ਿਸ਼ ਕੀਤੀ? ਹਾਂਜੀ ਤੁਹਾਡੇ ਮਾਧਿਅਮ ਕਰਨੇ ਕਿ ਆ ਸੁਣਦੇ ਕੰਨ ਤੱਕ ਪਹੁੰਚਾਉਣਾ ਚਾਹੁੰਦੇ ਹਾਂ ਕਿ ਭਾਈ 10-15 ਤੋਂ ਪਹਿਲੇ ਕਦੇ ਤੁਸੀਂ ਆਪਣੀ ਡਿਮਾਂਡ ਦੱਸੀ ਉਹਨਾਂ ਨੂੰ, ਕਦੇ ਗਏ? ਡਾਇਰੈਕਟ ਉਹਦੇ ਕੰਨੇ ਕੋਈ ਕੰਟੈਕਟ ਨਹੀਂ ਹੋਇਆ ਸਾਡਾ, ਲੇਕਿਨ ਸਾਡੇ ਆਪਣੇ ਜਿਹੜੇ ਡਿਪਾਰਟਮੈਂਟ 'ਚ ਅਸ ਟਾਈਮ ਟੂ ਟਾਈਮ ਆਪਣੀ ਡਿਮਾਂਡਸ ਜਿਹੜੀ ਹੈ ਉੱਥੇ ਪ੍ਰੋਜੈਕਟ ਕਰਦੇ ਹਾਂ। ਉਹਦੇ ਕੰਨੇ ਸਾਡੀ ਡਾਇਰੈਕਟ ਕੋਈ ਗੱਲ ਨਹੀਂ ਹੋਈ ਦੀ। ਮੈਨੂੰ ਦੱਸੋ ਕਿ ਇਹ ਕਿਸ ਤਰ੍ਹਾਂ ਲੱਗਦਾ ਕਿ ਤੁਹਾਨੂੰ ਭਾਵੇਂ ਕੋਈ ਵੀ ਹੋ, ਭਾਵੇਂ ਸਫਾਈ ਕਰਮਚਾਰੀ ਹੋਏ, ਹੁਣ ਤੇ ਹੈਲਥ ਵਰਕਰਾਂ ਨੂੰ ਵੀ ਆਪਣੀ ਡਿਮਾਂਡਾਂ ਵਾਸਤੇ ਹੁਣ ਸੜਕਾਂ ਤੇ ਐਜੀਟੇਸ਼ਨ ਕਰਨੀ ਪੈਂਦੀ ਪਈ ਹੈ। ਮਤਲਬ ਕੀ ਸਮਝਦੇ ਹੋ ਤੁਸੀਂ ਇਹ ਕਿਸ ਤਰੀਕੇ ਦਾ ਵਿਵਹਾਰ ਹੈ ਜਿਹੜੇ ਜੰਮੂ ਕਸ਼ਮੀਰ ਦੇ ਖਾਸ ਕਰਕੇ ਜਿਹੜੇ ਮੁਲਾਜ਼ਮ ਨੇ, ਜਿਹੜੇ ਕੰਮ ਕਰਦੇ ਨੇ, ਭਾਵੇਂ ਸਫਾਈ ਕਰਮਚਾਰੀ ਹੋਣ, ਭਾਵੇਂ ਹੈਲਥ ਵਰਕਰ ਹੋਣ, ਉਹਦੇ ਨਾਲ ਹੁੰਦਾ? ਬਹੁਤ ਹੀ ਗਲਤ ਇੰਪ੍ਰੈਸ਼ਨ ਹੈ। ਇੱਕ ਤਰਫ ਦੇਖੋ ਕਿ ਮੋਦੀ ਜੀ ਬੇਟੀ ਬਚਾਓ ਬੇਟੀ ਪੜਾਓ ਦੇ ਨਾਰੇ ਦਿੰਦੇ ਨੇ, ਹੈ ਨਾ, ਤੇ ਦੂਸਰੀ ਤਰਫ ਬੇਟੀਆਂ ਨੂੰ ਆਪਣੀ ਸੈਲਰੀ ਵਾਸਤੇ ਸੜਕਾਂ ਪਰ ਆਉਣਾ ਪੈਂਦਾ ਹੈ। ਕਿੰਨੀ ਗਲਤ ਚੀਜ਼ ਹੈ, ਬੈਡ ਇੰਪ੍ਰੈਸ਼ਨ ਹੈ ਇੱਕ ਪੂਰੀ ਪਬਲਿਕ ਵਾਸਤੇ
ਕਿ ਬੇਟੀਆਂ ਸੜਕਾਂ ਪਰ ਆਈ ਸੈਲਰੀ ਵਾਸਤੇ ਆਪਣੀ ਭੀਖ ਮੰਗਣ। ਬਹੁਤ ਹੀ ਗਲਤ ਹੈ। ਘਰ ਦਾ ਤੁਹਾਡਾ ਫਿਰ ਇੰਨੀ ਦੇਰ ਦਾ ਗੁਜ਼ਾਰਾ ਕਿਵੇਂ ਚੱਲਦਾ ਪਿਆ? ਗੁਜ਼ਾਰਾ ਚੱਲਦਾ ਨਹੀਂ ਹੈ ਲੇਕਿਨ ਚਲਾਣਾ ਪੈਂਦਾ ਹੈ, ਕੋਈ ਆਪਸ਼ਨ ਨਹੀਂ ਹੈ ਸਾਡੇ ਕੋਲ ਨਾ, ਕਿਉਂਕਿ ਗਵਰਨमेंट ਸੁਣੀਏ ਰਾਜੀ ਨਹੀਂ ਹੈ, ਸਾਡੇ ਡਿਪਾਰਟਮੈਂਟ 'ਚ ਕੋਈ ਇਨੀਸ਼ੀਏਟਿਵ ਲੈਣੇ ਵਾਲਾ ਨਹੀਂ ਹੈ। ਉਹ ਬੋਲਦੇ ਕਿ ਤੁਸੀਂ ਸੈਂਟਰ ਦੇ ਮੁਲਾਜ਼ਮ ਹੋ, ਸੈਂਟਰ ਤੁਹਾਨੂੰ ਪੇ ਕਰਦੀ ਹੈ, ਸਟੇਟ ਬੋਲਦੀ ਕਿ ਸੈਂਟਰ ਪੇ ਕਰੇ, ਸੈਂਟਰ ਬੋਲਦਾ ਸਟੇਟ ਪੇ ਕਰੇ। ਹੁਣ ਤਾਂ ਸਟੇਟ ਰਹੀ ਨਹੀਂ। ਹਾਂਜੀ, ਲੇਕਿਨ ਸਾਡੇ ਵਾਸਤੇ ਤੇ ਕੁਝ ਨਹੀਂ, ਸਾਨੂੰ ਕੁਝ ਸਮਝ ਨਹੀਂ ਆਦੀ ਕਿ ਅਸੀਂ ਮੁਲਾਜ਼ਮ ਹੈ ਕੁਦੇ ਸਟੇਟ ਦਾ ਕੰਮ ਕਰਦੇ ਆ ਨਾ। ਪਹਿਲੇ ਜਿਹੜੇ ਯੂਟੀ ਨਹੀਂ ਹੀ ਸਟੇਟ 'ਚ ਤੇ ਕੰਮ ਕਰਦੇ ਹੈ ਨਾ, ਤੇ ਸਾਡੀ ਸੈਂਟਰ ਤੋਂ ਸੈਲਰੀ ਆਂਦੀ ਸੀ, ਲੇਕਿਨ ਐਸਾ ਕੁਝ ਨਹੀਂ, ਕੋਈ ਇਨੀਸ਼ੀਏਟਿਵ ਨਹੀਂ ਹੈ। ਸੈਂਟਰ ਵੀ ਹੁਣ ਕੋਈ ਇਨੀਸ਼ੀਏਟਿਵ ਨਹੀਂ ਲਿਆਦਾ। ਤੇ ਹੁਣ ਅਗਲਾ ਸਟੈਪ ਤੁਹਾਡਾ ਕੀ ਹੋਣਾ ਜੇ ਤੁਹਾਡੀ ਗੱਲ ਨਹੀਂ ਸੁਣੀ? 10-15 ਦਿਨ ਦੇ ਅੰਦਰ ਅਗਰ ਸਾਡੀ ਸੈਲਰੀ ਦਾ ਕੋਈ ਸੋਲੂਸ਼ਨ ਨਹੀਂ ਹੁੰਦਾ ਹੈ ਤੇ ਅਸੀਂ 5 ਅਪ੍ਰੈਲ ਹੀ ਆਪਣਾ ਇੱਕ ਪ੍ਰੋਟੈਸਟ ਰੱਖੇ ਦਾ, ਬੜਾ ਵਿਸ਼ਾਲ ਧਰਨਾ, ਤੇ ਉਹਦੇ ਬਾਅਦ ਅਗਰ ਹਾਂਜੀ ਜੰਮੂ 'ਚ ਰੱਖੇ ਦਾ, ਅਗਰ ਉਹਦੇ ਬਾਅਦ ਵੀ ਸਾਡੀ ਕੋਈ ਸੁਣਵਾਈ ਨਹੀਂ ਹੈ ਤੇ ਅਸ ਕੰਟੀਨਿਊ ਪ੍ਰੋਟੈਸਟ ਪਰ ਜਾ ਸਕਦੇ, ਕੰਮ ਛੋੜੋ ਅੰਦੋਲਨ ਪਰ ਵੀ ਜਾ ਸਕਦੇ। ਤੇ ਉਹਦੇ ਵਿੱਚੋਂ ਜਿੰਨੇ ਪੇਸ਼ੈਂਟ ਨੇ ਫਿਰ ਉਹ ਇਹਦੀ ਸਾਰੀ ਜ਼ਿੰਮੇਵਾਰੀ ਜਿਹੜੀ ਸਾਡੀ ਗਵਰਨਮੈਂਟ ਦੀ, ਸਾਡੀ ਡਿਪਾਰਟਮੈਂਟ ਦੀ ਹੋਣੀ ਹੈ, ਸਾਡੀ ਨਹੀਂ ਹੋਣੀ ਉਹ। ਤੇ ਤੁਸੀਂ ਆਪ ਸੁਣ ਲਿਆ, FMPHW ਦੇ ਜਿੰਨੇ ਵੀ ਵਰਕਰ ਨੇ ਉਹਦਾ ਇਹੋ ਕਹਿਣਾ ਹੈ ਕਿ ਸਾਨੂੰ ਪਹਿਲੇ ਆਪਣੀ DPC ਵਾਸਤੇ ਧਰਨਾ ਦੇਣਾ ਪਿਆ, ਹੁਣ ਆਪਣੀ ਜਿਹੜੀ ਸਾਡੀ ਸੈਲਰੀਆਂ 4-4 ਮਹੀਨੇ ਤੋਂ ਰੁਕੀ ਰਹੀਆਂ ਨੇ ਉਹਦੇ ਵਾਸਤੇ ਸਾਨੂੰ ਕੰਟੀਨਿਊਸ ਐਜੀਟੇਸ਼ਨ ਕਰਨੀ ਪੈਂਦੀ ਪਈ ਹੈ। ਤੇ ਅੱਜ ਇਹਨਾਂ ਨੇ ਕਹਿ ਦਿੱਤਾ ਹੈ ਕਿ ਜੇ 10-15 ਦਿਨ ਦੇ ਅੰਦਰ ਅੰਦਰ ਇਹਦੀ ਗੱਲ ਨਹੀਂ ਸੁਣੀਗੀ ਤੇ ਆਉਣ ਵਾਲੇ 5 ਅਪ੍ਰੈਲ ਨੂੰ ਇਹਨਾਂ ਨੇ ਇੱਕ ਬਹੁਤ ਵੱਡੀ ਐਜੀਟੇਸ਼ਨ ਕਰਨੀ ਹੈ ਜੰਮੂ ਦੀ ਸੜਕਾਂ ਦੇ ਉੱਪਰ। ਉਸ ਵੇਲੇ ਵੀ ਜੇ ਇਹਦੀ ਗੱਲ ਨਹੀਂ ਸੁਣੀ ਗਈ ਤੇ ਉਹਦੇ ਬਾਅਦ ਇਹ ਕਾਮ ਛੋੜ ਹੜਤਾਲ ਤੇ, ਯਾਨੀ ਫਿਰ ਉਹਦੇ ਬਾਅਦ ਇਹ ਜਿੰਨੇ ਵੀ ਤੁਸੀਂ FMPHW ਦੇ ਵਰਕਰ ਵੇਖ ਰਹੇ ਹੋ, ਸਾਰੇ ਤੁਸੀਂ ਸੜਕਾਂ ਤੇ ਵੇਖੋਗੇ ਜਿਸ ਤਰ੍ਹਾਂ ਤੁਸੀਂ ਬਾਕੀ ਕਰਮਚਾਰੀ ਵੇਖ ਰਹੇ ਹੋ, ਭਾਵੇਂ ਉਹ ਸਫਾਈ ਕਰਮਚਾਰੀ ਹੋ ਗਏ, ਭਾਵੇਂ ਉਹ ਕੋਈ ਵੀ ਮੁਲਾਜ਼ਮ ਹੋ ਗਿਆ, ਤੁਸੀਂ ਯੂਥ ਨੂੰ ਸੜਕਾਂ ਤੇ ਵੇਖ ਰਹੇ ਹੋ। ਤੇ ਹੁਣ ਇਹ ਹਾਲਤ ਹੋ ਗਈ ਕਿ ਜਿਹੜੇ ਸਾਡੇ ਕਰੋਨਾ ਵਾਰੀਅਰ ਜਿਨ੍ਹਾਂ ਨੇ ਕਰੋਨਾ 'ਚ ਕੰਮ ਕੀਤਾ ਹੈ ਉਹਦੇ ਨਾਲ ਇਹੋ ਜਿਹਾ ਵਿਵਹਾਰ ਹੁੰਦਾ ਪਿਆ ਕਿ ਉਹਨਾਂ ਨੂੰ ਆਪਣੀ ਮਿਹਨਤ ਦੀ ਕਮਾਈ ਵਾਸਤੇ ਧਰਨਾ ਦੇਣਾ ਪੈਂਦਾ ਪਿਆ, ਐਜੀਟੇਸ਼ਨ ਦੇਣਾ ਪੈਂਦਾ ਪਿਆ। ਉਮੀਦ ਇਹੋ ਰਹੇਗੀ ਕਿ ਜਲਦ ਤੋਂ ਜਲਦ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਉਹ ਇਹਦੀ ਗੱਲ ਸੁਣੇਗੀ, ਡਾਇਰੈਕਟਰ ਆਫ ਹੈਲਥ ਦੇ ਜਿੰਨੇ ਵੀ ਵੱਡੇ ਵੱਡੇ ਅਫਸਰਾਂ ਨੇ ਉਹਦੀ ਗੱਲ ਸੁਣਨਗੇ ਤਾਂ ਕਿ ਜਲਦ ਤੋਂ ਜਲਦ ਇਹਦੀ ਡਿਮਾਂਡਾਂ ਜਿਹੜੀਆਂ ਨੇ ਉਹ ਪੂਰੀਆਂ ਹੋਣ।